ਸਤਿ ਸ਼੍ਰੀ ਅਕਾਲ ਦੋਸਤੋ, ਅਨ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਆਂਚਲ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਜਿਵੇਂ ਕਿ ਆਪਾਂ ਅੱਗੇ ਵੀ ਵਿਚਾਰ ਵਿਮਰਸ਼ ਕੀਤਾ ਹੈ, ਅੱਜ ਆਪਣਾ ਇੱਕ ਵਿਸ਼ਾ ਹੈ ਇੱਕ ਬਾਲੀਵੁੱਡ ਮੂਵੀ ਦ ਕਸ਼ਮੀਰ ਫਾਈਲਸ 1990 ਦਾ, ਜੋ ਕਿ ਇੱਕ ਸੱਚ ਹੈ ਜਿਸ ਵਿੱਚ ਕਸ਼ਮੀਰੀ ਪੰਡਤਾਂ ਤੇ ਮੁਸਲਿਮਾਂ ਦਾ ਜੋ ਸੱਚ ਦਿਖਾਇਆ ਗਿਆ ਹੈ ਉਸ ਨੂੰ ਲੈ ਕੇ ਆਪਾਂ ਅੱਜ ਵਿਚਾਰ ਵਿਮਰਸ਼ ਕਰਾਂਗੇ। ਸਾਡੇ ਨਾਲ ਜੁੜੇ ਨੇ ਆਥਰ ਅਭਿਸ਼ੇਕ ਜੈਨ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਧੰਨਵਾਦ ਮੈਨੂੰ ਆਪਣੇ ਸ਼ੋਅ ਦੇ ਉੱਤੇ ਬੁਲਾਉਣ ਵਾਸਤੇ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜੋ ਇਸ ਸ਼ੋਅ ਨੂੰ ਦੇਖ ਰਹੇ ਨੇ ਜੀ। ਸਰ, ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ, ਜਿਵੇਂ ਕਿ ਇਹ ਜੋ ਕਸ਼ਮੀਰ ਫਾਈਲਸ ਜੋ ਮੂਵੀ ਬਣੀ ਹੈ ਉਹਦਾ ਜੋ ਵੀ ਵਿਸ਼ਾ ਚੱਲ ਰਿਹਾ ਹੈ, ਜੋ ਚਰਚਾ ਚੱਲ ਰਹੀ ਹੈ, ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਥੀਏਟਰਾਂ ਵਿੱਚ ਜੋ ਕਿ ਵਿਵਾਦ ਚੱਲ ਰਹੇ ਨੇ, ਤੁਹਾਡਾ ਕੀ ਕਹਿਣਾ ਇਸ ਮੂਵੀ ਬਾਰੇ? ਦੇਖੋ ਮੈਮ, ਇਸ ਤਰ੍ਹਾਂ ਹੈ ਕਿ ਕੋਈ ਵੀ ਅੱਜ ਦੀ ਘੜੀ ਆਪਾਂ ਦੇਖਦੇ ਹਾਂ ਬਹੁਤ ਸਾਰੀਆਂ ਮੂਵੀਜ਼ ਰਿਲੀਜ਼ ਹੋ ਰਹੀਆਂ ਇੰਡੀਆ ਲੈਵਲ ਤੇ ਮੂਵੀਜ਼ ਹੁਣ ਥੋੜ੍ਹੀ ਜਿਹੀ ਇਸ ਤਰ੍ਹਾਂ ਤੋਂ ਹੋਣ ਲੱਗੀਆਂ ਜੋ ਸੱਚ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀਆਂ ਨੇ, ਜੋ ਇਸ ਤਰ੍ਹਾਂ ਦੇ ਸੱਚ ਜੋ ਕਿ ਛੁਪ ਗਏ ਸੀਗੇ ਆਪਣੇ ਪਹਿਲਾਂ ਉਹਨਾਂ ਨੂੰ ਅੱਗੇ ਲੈ ਕੇ ਆ ਰਹੀਆਂ ਨੇਗੀਆਂ। ਤੇ ਇਸ ਤਰ੍ਹਾਂ ਦੇ ਜਦੋਂ ਵੀ ਸੱਚ ਅੱਗੇ ਆਉਣਗੇ ਤਾਂ ਮੁੱਦੇ ਉੱਠਣਗੇ, ਤਾਂ ਇਹਦੇ 'ਚ ਕੋਈ ਗੱਲ ਨਹੀਂ ਹੈ, ਮੁੱਦੇ ਉੱਠਦੇ ਨੇਗੇ, ਮੁੱਦੇ ਉੱਠਣੇ ਚਾਹੀਦੇ ਵੀ ਨੇ, ਕਿਉਂਕਿ ਲੋਕਾਂ ਨੂੰ ਜਦੋਂ ਸੱਚ ਪਤਾ ਲੱਗਦਾ ਤਾਂ ਉਹਨਾਂ ਦੇ ਅੰਦਰ ਆਕਰੋਸ਼ ਪੈਦਾ ਹੁੰਦਾ ਵੀ ਇੱਦਾਂ ਦੀ ਹਰਕਤਾਂ ਕਿਉਂ ਹੋਈਆਂ। ਜੀ, ਜਿਵੇਂ ਸਰ ਤੁਸੀਂ ਦੱਸਿਆ, ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਬਾਲੀਵੁੱਡ ਨੂੰ ਅੱਗੇ ਇੱਦਾਂ ਦੀਆਂ ਮੂਵੀਜ਼ ਬਣਾਉਣੀਆਂ ਚਾਹੀਦੀਆਂ ਨੇ ਕਿ ਇਹ ਮੂਵੀ ਜੋ ਬਣ ਰਹੀ ਹੈ ਕਿ ਉਹ ਸਹੀ ਹੈ ਅੱਜ ਦੀ ਯੂਥ ਲਈ? ਬਿਲਕੁਲ ਸਹੀ ਚੀਜ਼ ਹੈ ਜੀ। ਯੂਥ ਨੂੰ ਪੂਰਾ ਹੱਕ ਹੈ ਇਹ ਜਾਣਨ ਦਾ ਕਿ ਆਪਣੀ ਹਿਸਟਰੀ ਵਿੱਚ, ਆਪਣੇ ਪਾਸਟ ਵਿੱਚ ਆਪਣੇ ਨਾਲ ਕੀ ਚੀਜ਼ਾਂ ਹੋਈਆਂ ਨੇ। ਠੀਕ ਹੈ ਮੈਂ ਕੋਈ ਵੀ ਤੁਸੀਂ ਐਗਜ਼ਾਮਪਲ ਲੈ ਲਓ, ਆਪਣੇ ਦੇਸ਼ 'ਚ ਆਪਣੀ ਆਜ਼ਾਦੀ ਹੋਈ, ਆਜ਼ਾਦੀ ਤੋਂ ਬਾਅਦ ਕਿੰਨੇ ਅਜਿਹੇ ਮੁੱਦੇ ਹੋਏ ਤੇ ਸਦਾ ਹੀ ਸਦਾ ਇਹੋ ਜਿਹੀ ਪਿਕਚਰਸ ਬਣਦੀਆਂ ਰਹੀਆਂ ਨੇ। ਜਿਹੜੇ ਮੁੱਦੇ 1960s 'ਚ ਹੋਏ, 70s 'ਚ ਹੋਏ, ਉਸ ਦੇ ਉੱਪਰ ਜੋ ਆਪਣੇ ਮੇਜਰ ਪ੍ਰੋਬਲਮ ਸੀਗੀ ਗਰੀਬੀ ਦੀ, ਉਹਦੇ ਉੱਪਰ ਪਿਕਚਰਾਂ ਬਣਦੀਆਂ ਸੀਗੀਆਂ। ਹਰ ਇੱਕ ਬੰਦਾ ਅਮੀਰ ਹੋਣਾ ਚਾਹੁੰਦਾ ਸੀ। ਠੀਕ ਹੈ, ਹੋਰ ਆਪਾਂ ਮੁੱਦਾ ਲੈ ਲਓ, ਕੋਈ ਸਕੈਮ ਹੋਏ ਉਹਨਾਂ ਦੇ ਉੱਪਰ ਮੁੱਦਿਆਂ 'ਤੇ ਪਿਕਚਰਾਂ ਬਣੀਆਂ, ਵੈਬ ਸੀਰੀਜ਼ ਬਣੀਆਂ। ਤੇ ਉਸੀ ਤਰ੍ਹਾਂ ਤੋਂ ਕੁਛ ਇੱਦਾਂ ਦੇ ਗੜੇ ਹੋਏ ਮੁੱਦੇ ਜਿਹੜੇ ਲੁਕ ਗਏ ਸੀਗੇ, ਉਹਨਾਂ ਨੂੰ ਵੀ ਬਾਹਰ ਲੈ ਕੇ ਆਉਣ ਦੀ ਜ਼ਰੂਰਤ ਹੈ। ਕੀ ਤੁਹਾਨੂੰ ਲੱਗਦਾ ਹੈ ਵੀ ਅੱਜ ਦਾ ਯੂਥ ਜਿਹੜਾ ਇਸ ਮੂਵੀ ਤੋਂ ਇਫੈਕਟ ਹੋ ਰਿਹਾ ਹੈ ਕਿ ਮੁਸਲਿਮ ਤੇ ਜਿਹੜੇ ਪੰਡਤ ਨੇ ਉਹ ਅੱਜ ਦੇ ਯੂਥ ਨੂੰ ਵੀ ਇਫੈਕਟ ਕਰ ਰਹੀ ਹੈ ਇਹ ਚੀਜ਼? ਤੁਹਾਡੇ ਵਿਚਾਰ ਕੀ ਨੇ? ਯੂਥ ਮੈਨੂੰ ਇੱਦਾਂ ਲੱਗਦਾ ਹੈ ਵੀ ਆਪਣਾ ਇਸ ਟਾਈਮ 'ਤੇ ਬਹੁਤ ਗੁੰਮਰਾਹ ਹੋ ਚੁੱਕਿਆ। ਉਹਨਾਂ ਨੂੰ ਨਹੀਂ ਪਤਾ ਕਿ ਸੱਚ ਕੀ ਹੈ, ਝੂਠ ਕੀ ਹੈ। ਉਹ ਬਿਨਾਂ ਪੜ੍ਹੇ, ਬਿਨਾਂ ਸਮਝੇ ਸੋਸ਼ਲ ਮੀਡੀਆ ਦੇ ਉੱਪਰ ਕੁਛ ਚੀਜ਼ਾਂ ਪੜ੍ਹ ਕੇ ਜਾਂ ਫਿਰ ਉਹਨਾਂ ਦੇ ਉੱਪਰ ਟਿੱਪਣੀ ਕਰਨ ਲੱਗ ਜਾਂਦੇ ਨੇਗੇ ਤੇ ਉਹ ਲੜਾਈਆਂ ਦੇ ਵਿੱਚ ਉਲਝ ਕੇ ਰਹਿ ਜਾਂਦੇ ਨੇਗੇ। ਮੈਂ ਚਾਹੁੰਦਾ ਵੀ ਯੂਥ ਨੂੰ ਪੂਰਾ ਡੀਪ ਐਨਾਲਿਸਿਸ ਕਰਨਾ ਚਾਹੀਦਾ ਹੈ, ਇੱਕ ਚੀਜ਼ ਦੇ ਪਿੱਛੇ ਪੜ੍ਹਨਾ ਚਾਹੀਦਾ ਹੈ। ਬੁੱਕਸ ਪਈਆਂ ਨੇ ਜੀ ਲਾਇਬ੍ਰੇਰੀਜ਼ ਦੇ ਵਿੱਚ, ਕਿੰਨਾ ਕੁਛ ਡਾਕੂਮੈਂਟਸ ਪਏ ਨੇ, ਕਿੰਨੇ ਪਬਲੀਕੇਸ਼ਨਸ, ਨਿਊਜ਼ਪੇਪਰਸ ਦੇ ਮੈਗਜ਼ੀਨਸ 'ਚ ਕਿੰਨਾ ਕੁਛ ਡੇਟਾ ਪਿਆ। ਜੇ ਤੁਸੀਂ ਉਹਨੂੰ ਪੜ੍ਹੋਗੇ ਤੁਹਾਨੂੰ ਐਕਚੁਅਲ ਰਿਐਲਿਟੀ ਦਾ ਪਤਾ ਲੱਗੇਗਾ। ਤੇ ਜਿਹੜੀ ਰਹੀ ਇਫੈਕਟ ਹੋਣ ਦੀ ਗੱਲ, ਇਫੈਕਟ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਇਹਦੇ ਨਾਲ ਕਈ ਹੋਰ ਵੀ ਮੁੱਦੇ ਜੁੜੇ ਹੋਏ ਨੇ, ਜਿਵੇਂ ਅਨਇੰਪਲੋਇਮੈਂਟ ਇੱਕ ਬਹੁਤ ਵੱਡਾ ਮੁੱਦਾ ਹੈ ਜੀ। ਜੇ ਯੂਥ ਅਨਇੰਪਲੋਇਡ ਹੈ ਤੇ ਉਹ ਵਿਹਲ ਹੈ, ਤੇ ਉਹ ਵੇਲਪਣੇ ਕਰਕੇ ਉਹਨਾਂ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਇੱਕ ਨੈਗੇਟਿਵ ਇੰਪੈਕਟ ਪਾਉਂਦੀਆਂ, ਇੱਕ ਟਰਾਮਾਟਾਈਜ਼ਿੰਗ ਇਫੈਕਟ ਪਾਉਂਦੀਆਂ ਨੇ। ਬਿਲਕੁਲ, ਜਿਵੇਂ ਤੁਸੀਂ ਕਿਹਾ, ਬਿਲਕੁਲ ਸਹੀ ਕਿਹਾ ਜੋ ਤੁਸੀਂ ਕਿਹਾ, ਜਿਵੇਂ ਗੁੰਮਰਾਹ ਹੈ ਅੱਜ ਦਾ ਯੂਥ। ਕੀ ਤੁਹਾਨੂੰ ਲੱਗਦਾ ਯੂਥ ਨੂੰ ਸੱਚ ਦੇ ਰਸਤੇ ਤੇ ਇਸ ਚੀਜ਼ ਨੂੰ ਦੇਖਣਾ ਚਾਹੀਦਾ ਹੈ? ਸੱਚਾਈ ਜੋ ਹੈ ਕਿ ਯੂਥ ਅੱਗੇ ਆਉਣੀ ਚਾਹੀਦੀ ਹੈ? ਸੱਚਾਈ ਬਿਲਕੁਲ ਯੂਥ ਅੱਗੇ ਆਉਣੀ ਚਾਹੀਦੀ ਹੈ ਜੀ। ਯੂਥ ਜਿਹੜਾ ਅੱਜ ਹੈ ਉਹਨੇ ਹੀ ਜਾ ਕੇ ਕੱਲ੍ਹ ਆਪਣੇ ਦੇਸ਼ ਦੀ ਭਾਗਦੌੜ ਸੰਭਾਲਣੀ ਹੈ ਜੀ। ਠੀਕ ਹੈ, ਤੇ ਉਹ ਸਭ ਚੀਜ਼ਾਂ ਨੂੰ ਸੰਭਾਲੂਗਾ ਤਾਂ ਹੀ ਜੇ ਉਸਨੂੰ ਇਸ ਚੀਜ਼ਾਂ ਦੀ ਸਮਝ ਰਹੇਗੀ। ਜੀ, ਤੁਹਾਡੇ ਹਿਸਾਬ ਨਾਲ ਇਸ ਮੂਵੀ ਦਾ ਪਾਵਰਫੁਲ ਸੀਨ ਕੀ ਰਿਹਾ? ਜੋ ਕਸ਼ਮੀਰ ਫਾਈਲਸ ਮੂਵੀ ਹੈ, ਤੁਹਾਡੇ ਹਿਸਾਬ ਨਾਲ ਇੱਕ ਪਾਵਰਫੁਲ ਸੀਨ ਕੀ ਹੈ, ਕੀ ਹੋ ਸਕਦਾ ਹੈ? ਮੇਰੇ ਖਿਆਲ ਨਾਲ ਮੈਮ ਤੁਹਾਨੂੰ ਥੋੜ੍ਹਾ ਜਿਹਾ ਕੁਐਸਚਨ 'ਚ ਬਦਲਾਵ ਲੈ ਕੇ ਆਉਣ ਦੀ ਜ਼ਰੂਰਤ ਹੈ। ਤੁਸੀਂ ਮੈਨੂੰ ਇੱਦਾਂ ਪੁੱਛੋ ਵੀ ਇਸ ਪਿਕਚਰ 'ਚ ਕਿਹੜਾ ਪਾਵਰਫੁਲ ਸੀਨ ਨਹੀਂ ਸੀ। ਇਹ ਸਾਰੀ ਪਿਕਚਰ ਇੰਨੀ ਪਾਵਰਫੁਲ ਸੀਨਸ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਤੁਸੀਂ ਸਾਰਾ ਟਾਈਮ ਤੁਹਾਡੇ ਰੂਮ 'ਤੇ ਖੜ੍ਹੇ ਹੋਏ ਰਹਿੰਦੇ ਨੇ, ਤੁਹਾਨੂੰ ਉਹ ਦੰਦਲ ਪੈ ਜਾਂਦੀ ਹੈ ਦੇਖ ਕੇ ਵੀ ਯਾਰ ਇਹੋ ਜਿਹੀਆਂ ਚੀਜ਼ਾਂ ਹੋਈਆਂ ਨੇਗੀਆਂ। ਤਾਂ ਕਰਕੇ ਪਾਵਰਫੁਲ ਸੀਨ ਦੀ ਮੈਮ ਇਸ ਤਰ੍ਹਾਂ ਤੋਂ ਗੱਲ ਹੈ ਵੀ ਕੋਈ ਵੀ ਅਜਿਹੀ ਚੀਜ਼ ਨਹੀਂ ਸੀਗੀ ਜਿਹੜੀ ਉਹਨਾਂ ਨੇ ਬਾਕੀ ਛੱਡੀ। ਉਹਨਾਂ ਨੇ ਹਰ ਇੱਕ ਚੀਜ਼ ਨੂੰ ਜਿੰਨੀ ਕੁ ਉਹ ਦਿਖਾ ਸਕਦੇ ਸੀਗੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਜੋ ਕਸ਼ਮੀਰੀ ਪੰਡਿਤਾਂ ਦਾ ਜੋ ਜੈਨੋਸਾਈਡ ਸੀ, ਤੁਹਾਨੂੰ ਕੀ ਲੱਗਦਾ ਉਸ ਦਾ ਮੇਨ ਕਾਰਨ ਕੀ ਸੀ? ਮੈਂ ਮੇਨ ਕਾਰਨ ਦੀ ਜੇ ਆਪਾਂ ਗੱਲ ਕਰੀਏ, ਕਿਸੇ ਵੀ ਚੀਜ਼ ਦਾ ਕਿਤੇ ਨਾ ਕਿਤੇ ਭੇਦਭਾਵ ਹੋ ਜਾਂਦਾ ਹੈ। ਜਿਵੇਂ ਬਿਕੋਜ਼ ਉੱਥੇ ਇਹ ਸਮਝਦੇ ਸੀ ਜਿਹੜੇ ਉੱਥੇ ਦੇ ਮੁਸਲਿਮ ਸੀਗੇ
ਕਿ ਕਸ਼ਮੀਰੀ ਪੰਡਿਤ ਉਸ ਟਾਈਮ ਤੱਕ ਮਾਈਨੋਰਿਟੀ ਬਣ ਚੁੱਕੇ ਸੀਗੇ। ਤਾਂ ਹੋ ਸਕਦਾ ਹੈ ਕਿ ਇੱਕ ਆਪਰੇਸ਼ਨ ਦੇ ਕਰਕੇ ਉੱਥੇ ਜੈਨੋਸਾਈਡ ਹੋਇਆ, ਜਾਂ ਜੈਨੋਸਾਈਡ ਦਾ ਆਪਾਂ ਨਾਮ ਨਾ ਦਈਏ, ਇਹਨੂੰ ਐਕਸੋਡਸ ਵੀ ਕਿਹਾ ਜਾ ਸਕਦਾ। ਜੇ ਮਾਈਨੋਰਿਟੀ ਦੀ ਗੱਲ ਕਰੀਏ ਤਾਂ ਕੀ ਜੋ ਅੱਜ ਦੇ ਟਾਈਮ ਤੇ ਮਾਈਨੋਰਿਟੀ ਚੱਲ ਰਹੀ ਹੈ, ਜੋ ਮੈਜੋਰਿਟੀ ਚੱਲ ਰਹੀ ਹੈ, ਕੀ ਉਹ ਸਹੀ ਹੈ? ਅਗਰ ਇਹ ਵਿਵਾਦ ਹੋ ਰਹੇ ਨੇ ਤਾਂ ਇਹ ਵਿਵਾਦ ਜੋ ਹੋ ਰਹੇ ਨੇ ਕੀ ਉਸ ਦਾ ਮੇਨ ਕਾਰਨ ਮਾਈਨੋਰਿਟੀ ਹੈ ਤੁਹਾਡੇ ਹਿਸਾਬ ਨਾਲ? ਮੈਮ ਵਿਵਾਦ ਹੋਣ ਦਾ ਮੇਨ ਕਾਰਨ ਹੈ ਤੁਸੀਂ ਆਪਣਾ ਜੇ ਆਪਾਂ ਆਪਣੇ ਦੇਸ਼ ਦੀ ਬਣਤਰ ਦੇਖੀਏ, ਜਾਂ ਜਦੋਂ ਆਪਣਾ ਦੇਸ਼ ਬਣਿਆ 1947 ਦੇ ਵਿੱਚ ਜਦੋਂ ਆਪਾਂ ਨੂੰ ਆਜ਼ਾਦੀ ਮਿਲੀ, ਆਪਾਂ ਨੂੰ ਇਹ ਚੀਜ਼ਾਂ ਪਤਾ ਸੀਗੀਆਂ ਵੀ ਆਪਣੇ ਦੇਸ਼ 'ਚ ਬਹੁਤ ਸਾਰੀ ਮਾਈਨੋਰਿਟੀ ਕਮਿਊਨਿਟੀਜ਼ ਵੀ ਰਹਿੰਦੀਆਂ, ਸਿਰਫ ਮੈਜੋਰਿਟੀ ਨਹੀਂ ਹੈ। ਆਪਾਂ ਕੋਈ ਇਕੱਲੀ ਇੱਕ ਐਥਨੀਸਿਟੀ ਨਾਲ ਜਾਂ ਇੱਕ ਰਿਲੀਜਨ ਨਾਲ ਨਹੀਂ ਆਪਣੇ ਦੇਸ਼ ਨੂੰ ਚਲਾ ਸਕਦੇ ਸੀਗੇ, ਤਾਂ ਕਰਕੇ ਮਾਈਨੋਰਿਟੀ ਦੀ ਰਿਪਰੈਜ਼ੈਂਟੇਸ਼ਨ ਆਪਣੀ ਡੈਮੋਕ੍ਰੇਸੀ ਦੇ ਵਿੱਚ ਆਈ। ਬਟ ਮਾਈਨੋਰਿਟੀ ਦੇ ਨਾਮ 'ਤੇ ਗੋਲੀ ਚੱਕ ਲੈਣੀ, ਮਾਈਨੋਰਿਟੀ ਦੇ ਨਾਮ 'ਤੇ ਖੂਨ ਖਰਾਬਾ ਕਰਨਾ, ਇਹ ਗਲਤ ਹੈ। ਕੀ ਤੁਹਾਨੂੰ ਲੱਗਦਾ ਹੈ ਜੋ ਮੁਸਲਿਮਾਂ ਦਾ ਕਸ਼ਮੀਰੀ ਪੰਡਿਤਾਂ ਨੂੰ ਲੈ ਕੇ ਜੋ ਵਿਵਹਾਰ ਸੀਗਾ ਕੀ ਉਹ ਸਹੀ ਸੀਗਾ? ਤੁਹਾਡੇ ਕੀ ਵਿਚਾਰ ਨੇ ਇਸ ਬਾਰੇ? ਜੋ ਮੂਵੀ 'ਚ ਜੋ ਕਿਰਦਾਰ ਦਿਖਾਇਆ ਗਿਆ ਜੋ ਮੁਸਲਿਮਾਂ ਦਾ ਕਸ਼ਮੀਰੀ ਪੰਡਿਤਾਂ ਨੂੰ ਲੈ ਕੇ, ਜੋ ਉਹ ਸੜਕ ਤੇ ਚੱਲਦੇ ਹੋਏ ਵੀ ਉਹਨਾਂ ਨੂੰ ਖਤਰਾ ਸੀਗਾ, ਜੋ ਜਾਂ ਜਿਵੇਂ ਆਪਾਂ ਦੇਖ ਸਕਦੇ ਹਾਂ ਕੋਈ ਇੱਕ ਸੀਨ ਵਿੱਚ ਜਿਵੇਂ ਇੱਕ ਬੱਚੀ ਬਿਮਾਰ ਸੀਗੀ, ਜਿਵੇਂ ਉਹ ਬਾਹਰ ਲੈ ਕੇ ਉਸਦੀ ਮਾਂ ਉਸ ਨੂੰ ਬਾਹਰ ਲੈ ਕੇ ਆਈ ਸੀ, ਕਿ ਤੁਹਾਨੂੰ ਲੱਗਦਾ ਹੈ ਇਸ ਹਾਲਤ ਵਿੱਚ ਵੀ ਉੱਥੇ ਜਿਹੜੇ ਕਸ਼ਮੀਰੀ ਪੰਡਤ ਸੀਗੇ ਉਹ ਸੇਫ ਸੀਗੇ? ਕਿ ਮੁਸਲਿਮਾਂ ਦਾ ਜੋ ਸੀਗਾ ਵਿਵਹਾਰ ਸਹੀ ਸੀਗਾ? ਨਹੀਂ ਮੈਮ, ਉਸ ਟਾਈਮ ਸੇਫਟੀ ਨਹੀਂ ਸੀ, ਤਾਂ ਹੀ ਕਰਕੇ ਕਰਫਿਊਜ਼ ਲਗਾਏ ਜਾਂਦੇ ਸੀਗੇ, ਮਿਲਟਰੀ ਨੂੰ ਉੱਥੇ ਭੇਜਣਾ ਪਿਆ, ਪੁਲਿਸ ਉੱਥੇ ਇਨਵੋਲਵ ਹੋਈ। ਅਤੇ ਜੇ ਉਹਨਾਂ ਨੂੰ ਇੱਦਾਂ ਲੱਗਦਾ ਸੀਗਾ ਵੀ ਜੇ ਮੁਸਲਿਮਸ ਨੂੰ ਇੱਦਾਂ ਲੱਗਦਾ ਸੀ ਵੀ ਉਹਨਾਂ ਦੇ ਵਾਸਤੇ ਇੱਕ ਅਲੱਗ ਤੋਂ ਕੰਟਰੀ ਹੋਣਾ ਚਾਹੀਦਾ, ਤਾਂ ਉਹ ਕਿਉਂ ਡੈਮੋਕ੍ਰੇਸੀ ਦਾ ਰਸਤਾ ਨਹੀਂ ਉਹਨਾਂ ਨੇ ਚੁਣਿਆ? ਆਪਣਾ ਦੇਸ਼ ਆਪਾਂ ਸਮਝਦੇ ਹਾਂ ਇੱਕ ਡੈਮੋਕ੍ਰੈਟਿਕ ਕੰਟਰੀ ਹੈ। ਜੰਮੂ ਐਂਡ ਕਸ਼ਮੀਰ ਵੀ ਉਨਾ ਹੀ ਇੰਡੀਆ ਦਾ ਪਾਰਟ ਹੈ ਜਿੰਨੀ ਬਾਕੀ ਸਾਰੀ ਸਟੇਟਸ ਹੈ, ਠੀਕ ਹੈ। ਅਤੇ ਤੁਸੀਂ ਉੱਥੇ ਇਲੈਕਸ਼ਨ ਲੜ ਕੇ ਜਿੱਤ ਕੇ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲ ਫੁੱਲ ਸਪੋਰਟ ਹੈਗੀ ਹੈ, ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ। ਜੇ ਤੁਸੀਂ ਆਪਣੀ ਇੱਕ ਪੋਲੀਟੀਕਲ ਐਂਟੀਟੀ ਬਣਾ ਕੇ ਤੁਸੀਂ ਜੇ ਆਜ਼ਾਦ ਚਾਹੁੰਦੇ ਹੋ ਕਿ ਤੁਹਾਨੂੰ ਇੱਕ ਅਲੱਗ ਮਤਲਬ ਦੇਸ਼ ਕਰਾਰ ਕਰ ਦਿੱਤਾ ਜਾਵੇ, ਤੁਸੀਂ ਕਰ ਸਕਦੇ ਹੋ। ਬਟ ਉਸ ਦੇ ਵਾਸਤੇ ਤੁਸੀਂ ਗੋਲੀ ਬਾਰੂਦ ਦਾ ਯੂਜ਼ ਕਰੋ, ਇਹ ਗਲਤ ਹੈ। ਜਿਵੇਂ ਕਿ ਤੁਸੀਂ ਕਿਹਾ ਪੋਲੀਟਿਕਸ ਦਾ, ਤੁਹਾਨੂੰ ਕੀ ਲੱਗਦਾ ਇਸ ਵਿੱਚ ਪੋਲੀਟਿਕਸ ਦਾ ਕੋਈ ਹੱਥ ਸੀਗਾ? ਪੋਲੀਟਿਕਸ ਦੀ ਇਨਵੋਲਵਮੈਂਟ ਦੇ ਬਾਰੇ ਮੈਂ ਕੁਝ ਵੀ ਐਗਜ਼ੈਕਟ ਟਿੱਪਣੀ ਨਹੀਂ ਕਰ ਸਕਦਾ, ਕਿਉਂਕਿ ਇਹ ਕੁਝ ਵੀ ਆਪਾਂ ਰਿਐਲਿਟੀਜ਼ ਨੂੰ ਨਹੀਂ ਸਮਝ ਸਕਦੇ ਹੈਗੇ ਇਹ ਚੀਜ਼ਾਂ ਦੇ ਵਿੱਚ, ਮੈਂ ਕੁਝ ਹੱਦ ਤੱਕ। ਜਿਵੇਂ ਆਪਾਂ ਮੂਵੀ ਦੇਖਣ ਜਾਂਦੇ ਹਾਂ ਜਾਂ ਉਸ ਤੋਂ ਬਾਅਦ ਥੀਏਟਰ 'ਚ ਲੜਾਈ ਹੁੰਦੀ ਹੈ, ਜਿਵੇਂ ਕਿ ਤੁਸੀਂ ਦੇਖੇ ਹੋਣੇ ਬਹੁਤ ਵਾਇਰਲ ਸੀਨ ਸੋਸ਼ਲ ਮੀਡੀਆ 'ਤੇ ਚੱਲ ਰਹੇ ਨੇ, ਤੁਹਾਡੇ ਕੀ ਵਿਚਾਰ ਨੇ ਕਿ ਉਹ ਜੋ ਲੜਾਈ ਹੋ ਰਹੀ ਹੈ ਉਹ ਸਹੀ ਹੋ ਰਹੀ ਹੈ? ਲੜਾਈ ਹੋਣਾ ਤਾਂ ਬਿਲਕੁਲ ਕੰਪਲੀਟਲੀ ਗਲਤ ਹੈ। ਬਟ ਕੀ ਹੁੰਦਾ ਕਿ ਜਿਵੇਂ ਸਪੋਜ਼ ਕਰੋ ਇੱਕ ਕਮਿਊਨਿਟੀ ਹੈ ਜੋ ਉੱਥੇ JKLF ਨੇ ਕਸ਼ਮੀਰ ਦੇ ਵਿੱਚ ਕੀਤਾ, ਉਹਦੇ ਕਰਕੇ ਸਾਰੇ ਮੁਸਲਿਮ ਬਦਨਾਮ ਹੁੰਦੇ ਨੇ। ਹੁਣ ਜੋ ਇੱਕ ਮੁਸਲਮਾਨ ਜੇ ਸਪੋਜ਼ ਕਰੋ ਇੱਕ ਥੀਏਟਰ ਦੇ ਵਿੱਚ ਮੂਵੀ ਦੇਖਣ ਗਿਆ, ਉਸਦੀ ਕੀ ਗਲਤੀ ਸੀ ਸਰ? ਉਸਦੀ ਕੀ ਗਲਤੀ ਸੀ ਮੈਮ? ਮੈਨੂੰ ਇਹ ਚੀਜ਼ ਸਮਝਾਓ। ਜੇ ਉਸਦੀ ਕੋਈ ਗਲਤੀ ਹੈ ਫਿਰ ਸਹੀ ਹੈ, ਬਟ ਉਹਨਾਂ ਦੀ ਤਾਂ ਕੋਈ ਗਲਤੀ ਨਹੀਂ ਨਾ, ਉਹ ਤਾਂ ਆਪਣਾ ਨਾਰਮਲੀ ਮੂਵੀ ਦੇਖਣ ਆਏ ਹੋਏ ਨੇਗੇ। ਬਟ ਕੁਝ ਐਂਟੀ ਸੋਸ਼ਲ ਐਲੀਮੈਂਟਸ ਹੁੰਦੇ ਨੇਗੇ, ਕੁਝ ਇੱਦਾਂ ਦੇ ਮੁੰਡੇ ਹੁੰਦੇ ਨੇਗੇ ਜਿਨ੍ਹਾਂ ਨੂੰ ਲੜਾਈ ਝਗੜੇ ਕਰਕੇ ਮਜ਼ਾ ਆਉਂਦਾ, ਜਿਨ੍ਹਾਂ ਨੂੰ ਜਿਵੇਂ ਤੁਸੀਂ ਕਿਹਾ ਵਾਇਰਲ ਹੈ ਨਾ, ਉਹਨਾਂ ਨੂੰ ਇੱਦਾਂ ਹੁੰਦਾ ਵੀ ਸਾਡੀ ਸ਼ਾਇਦ ਵੀਡੀਓ ਵਾਇਰਲ ਹੋ ਜਾਏ, ਇਸ ਕਰਕੇ ਵੀ ਲੜਾਈਆਂ ਹੁੰਦੀਆਂ ਨੇਗੀਆਂ। ਬਟ ਇਹ ਚੀਜ਼ ਗਲਤ ਹੈ, ਇੱਦਾਂ ਦਾ ਕੁਝ ਨਹੀਂ ਕਰਨਾ ਚਾਹੀਦਾ। ਕੁਝ ਲੋਕਾਂ ਦੀ ਸਜ਼ਾ ਪੂਰੀ ਕਮਿਊਨਿਟੀ ਨੂੰ ਨਹੀਂ ਮਿਲਣੀ ਚਾਹੀਦੀ। ਕੀ ਤੁਸੀਂ ਦੱਸ ਸਕਦੇ ਹੋ ਇਸ ਵਿਵਾਦ ਪਿੱਛੇ ਕਿਹੜੀ ਆਰਗੇਨਾਈਜੇਸ਼ਨ ਸੀ? ਆਰਗੇਨਾਈਜੇਸ਼ਨ ਜਿਵੇਂ ਮੈਂ ਕਿਹਾ ਕਿ JKLF ਦਾ ਇਸ ਦੇ ਵਿੱਚ ਰੋਲ ਰਿਹਾ ਕਾਫੀ ਹੱਦ ਤੱਕ। JKLF ਇੰਡੀਅਨ ਕਸ਼ਮੀਰ ਐਜ਼ ਵੈਲ ਐਜ਼ ਪਾਕਿਸਤਾਨੀ ਕਸ਼ਮੀਰ ਦੇ ਵਿੱਚ ਆਪਰੇਟ ਕਰਦੀ ਹੈ, ਅਤੇ ਇਹਨਾਂ ਦਾ ਮੁੱਦਾ ਹੈ ਕਿ ਇਹ ਕੰਪਲੀਟਲੀ ਕਸ਼ਮੀਰ ਨੂੰ ਇੱਕ ਇੰਡੀਪੈਂਡੈਂਟ ਕੰਟਰੀ ਬਣਾਉਣਾ ਚਾਹੁੰਦੇ ਨੇ ਜੀ। ਅਤੇ ਗੌਰਮੈਂਟ ਨੇ ਫਿਰ ਇਸ 'ਤੇ ਬੈਨ ਲਗਾਇਆ ਸੀ, ਤਾਂ ਤੁਹਾਡੇ ਕੀ ਵਿਚਾਰ ਨੇ ਉਸ ਬੈਨ 'ਤੇ? ਮੈਮ ਬੈਨ ਇਸ ਤਰ੍ਹਾਂ ਹੈ ਕਿ ਗਵਰਨਮੈਂਟ ਨੇ ਬੈਨ, ਜੋ ਮੈਂ ਸਮਝਦਾ ਵੀ ਗਵਰਨਮੈਂਟ ਕਿਸੇ ਵੀ ਚੀਜ਼ 'ਤੇ ਬੈਨ ਲਗਾਉਂਦੀ ਹੈ ਹਮੇਸ਼ਾ ਕਨਫਲਿਕਟਸ ਨੂੰ ਖ਼ਤਮ ਕਰਨ ਵਾਸਤੇ, ਤਾਂ ਕਿ ਲੜਾਈ ਝਗੜੇ ਨਾ ਹੋਣ। ਜੇ ਇਹੀ ਕਾਰਨ ਸੀਗਾ ਬੈਨ ਲਗਾਉਣ ਦਾ ਤਾਂ ਇਹ ਕਾਰਨ ਬਿਲਕੁਲ ਸਹੀ ਸੀ। ਬਟ ਜੇ ਸੱਚ ਨੂੰ ਛੁਪਾਉਣ ਵਾਸਤੇ ਬੈਨ ਲਗਾਇਆ ਗਿਆ ਤਾਂ ਇਹ ਗਲਤ ਹੈ। ਹੁਣ ਐਕਚੁਅਲ ਰਿਐਲਿਟੀ ਗਵਰਨਮੈਂਟ ਨੇ ਬੈਨ ਕਿਉਂ ਲਗਾਇਆ ਸੀਗਾ, ਕੋਈ ਆਪਣੇ ਕੋਲ ਉਸ ਦੇ ਬਾਰੇ ਖਾਸ ਕੁਝ ਠੋਸ ਟਿੱਪਣੀ ਹੈ ਨਹੀਂ, ਤਾਂ ਮੈਂ ਕੁਛ ਇਹਦੇ ਬਾਰੇ ਦੱਸ ਨਹੀਂ ਸਕਦਾ। ਅਤੇ ਗੌਰਮੈਂਟ ਨੇ ਫਿਰ ਡਿਸਮਿਸ ਵੀ ਕਰ ਦਿੱਤਾ, ਤਾਂ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ? ਅਗਰ ਬੈਨ ਡਿਸਮਿਸ ਹੋਇਆ ਤਾਂ ਉਸ ਬਾਰੇ ਕੀ ਵਿਚਾਰ ਨੇ? ਸ਼ਾਇਦ ਬੈਨ ਡਿਸਮਿਸ ਹੋਣ ਦਾ ਤਾਂ ਆਪਾਂ ਕਾਰਨ ਇੱਕੋ ਹੀ ਸਮਝ ਸਕਦੇ ਹਾਂ ਵੀ ਗਵਰਨਮੈਂਟ ਚਾਹੁੰਦੀ ਸੀ ਵੀ ਰਿਐਲਿਟੀਜ਼ ਨੂੰ ਬਾਹਰ ਲੈ ਕੇ ਆਇਆ ਜਾਵੇ। ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਯੂਥ ਨੂੰ ਅੱਜ ਦੀ ਘੜੀ ਸੱਚਾਈ ਜਾਣਨ ਦਾ ਹੱਕ ਹੈ,
ਤਾਂ ਉਹ ਸੱਚ ਨੂੰ ਬਾਹਰ ਲੈ ਕੇ ਆਉਣ ਵਾਸਤੇ ਗਵਰਨਮੈਂਟ ਨੇ ਸੋਚਿਆ ਹੋਏਗਾ ਕਿ ਇਸ ਬੈਨ ਨੂੰ ਰਿਮੂਵ ਕਰ ਦਿੱਤਾ ਜੇ ਜਾਵੇ। ਆਪਾਂ ਸੱਚਾਈ ਦੀ ਗੱਲ ਕਰੀਏ ਤਾਂ ਕੀ ਗਵਰਨਮੈਂਟ YouTube ਤੇ ਜਾਂ ਟੀਵੀ ਵਗੈਰਾ ਤੇ ਇਸ ਮੂਵੀ ਨੂੰ ਫ੍ਰੀ ਦਿਖਾ ਸਕਦੀ ਸੀਗੀ? ਤੁਹਾਡੇ ਕੀ ਵਿਚਾਰ ਨੇ ਇਸ ਬਾਰੇ, ਅਗਰ ਗਵਰਨਮੈਂਟ ਸੱਚਾਈ ਦਿਖਾਣਾ ਚਾਹੁੰਦੀ ਹੈ ਯੂਥ ਨੂੰ ਤਾਂ? ਦੇਖੋ ਮੈਮ, ਇਸ ਤਰ੍ਹਾਂ ਹੈ ਕਿ ਦੋ ਚੀਜ਼ਾਂ ਹੈ। ਇੱਕ ਤਾਂ ਕੋਈ ਵੀ ਮੂਵੀ ਹੈ ਉਸ ਨੂੰ ਬਣਾਉਣ ਦੇ ਵਿੱਚ ਜਿਵੇਂ ਡਾਇਰੈਕਟਰਸ ਹੈ, ਪ੍ਰੋਡਿਊਸਰਸ ਹੈ, ਇੱਕ ਪੂਰੀ ਟੀਮ ਕੰਮ ਕਰ ਰਹੀ ਹੈ ਅਤੇ ਉਹਨਾਂ ਦੀ ਵੀ ਆਪਣੇ ਵੱਲੋਂ ਕੁਝ ਜਮ੍ਹਾਂ ਪੂੰਜੀ ਲੱਗਦੀ ਹੈ, ਖਰਚੇ ਲੱਗਦੇ ਨੇ, ਕੁਝ ਉਹਨਾਂ ਦੀ ਵੀ ਉਮੀਦਾਂ ਹੁੰਦੀਆਂ ਨੇਗੀਆਂ, ਠੀਕ ਹੈ। ਅਤੇ ਉਹ ਉਮੀਦਾਂ ਨੂੰ ਪੂਰਾ ਕਰਨ ਵਾਸਤੇ ਉਹ ਥੀਏਟਰਸ ਦੇ ਵਿੱਚ ਰਿਲੀਜ਼ ਕੀਤੀ ਜਾਂਦੀ ਹੈ। ਅਤੇ ਕਈ ਸਟੇਟਸ ਨੇ ਮੂਵੀ ਨੂੰ ਟੈਕਸ ਫ੍ਰੀ ਕਰਤਾ। ਇਹ ਗਵਰਨਮੈਂਟ ਵੱਲੋਂ ਆਪਣੀ ਇੱਕ ਕੰਟਰੀਬਿਊਸ਼ਨ ਹੈ ਜੇ ਉਹ ਮੂਵੀ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ। ਇਨ ਫਿਊਚਰ ਜੇ ਗਵਰਨਮੈਂਟ ਚਾਹੁੰਦੀ ਹੈ ਵੀ ਇਹ ਮੂਵੀਜ਼ ਨੂੰ OTTs 'ਤੇ ਜਾਂ ਫਿਰ YouTube 'ਤੇ ਜਾਂ TVs 'ਤੇ ਦਿਖਾਇਆ ਜਾਵੇ ਤਾਂ ਇਸ ਦੇ ਵਿੱਚ ਕੁਝ ਗਲਤੀ ਨਹੀਂ ਹੈ, ਉਹ ਦਿਖਾ ਸਕਦੇ ਨੇ ਬਿਲਕੁਲ। ਬਟ ਉਹਨਾਂ ਨੂੰ ਇਹ ਚੀਜ਼ ਵੀ ਲੋਕਾਂ ਨੂੰ ਇਹ ਚੀਜ਼ ਵੀ ਸਮਝਣੀ ਚਾਹੀਦੀ ਹੈ ਕਿ ਇਹ ਮੂਵੀ ਹੈ ਇੱਕ ਡਾਕੂਮੈਂਟਰੀ ਨਹੀਂ ਹੈ। ਡਾਕੂਮੈਂਟਰੀਜ਼ ਜਨਰਲੀ YouTube ਦੇ ਉੱਤੇ ਅਪਲੋਡ ਹੁੰਦੀਆਂ ਨੇ, ਮੂਵੀਜ਼ ਨਹੀਂ ਕੀਤੀਆਂ ਜਾਂਦੀਆਂ ਕਿਉਂਕਿ ਉਹਨਾਂ ਤੋਂ ਪ੍ਰੋਫਿਟ ਮੋਟਿਵ ਵੀ ਹੁੰਦਾ। ਜੋ 1990 ਵਿੱਚ ਜੋ ਕਸ਼ਮੀਰੀ ਪੰਡਿਤਾਂ ਨਾਲ ਹੋਇਆ ਉਸ ਨੂੰ ਅੱਜ 32 ਸਾਲ ਹੋ ਗਏ ਨੇ, ਕੀ ਤੁਹਾਨੂੰ ਲੱਗਦਾ ਗਵਰਨਮੈਂਟ ਨੇ ਉਹਨਾਂ ਦੀ ਕੋਈ ਮਦਦ ਕੀਤੀ? ਮੈਮ, ਜੇ ਗਵਰਨਮੈਂਟ ਨੇ ਉਹਨਾਂ ਦੀ ਮਦਦ ਕੀਤੀ ਤਾਂ ਹੀ ਕਰਕੇ ਉਹ ਲੋਕ ਅੱਜ ਜਿਉਂਦੇ ਨੇ। ਜੇ ਉਹਨਾਂ ਨੂੰ ਰੀਲੋਕੇਟ ਨਾ ਕੀਤਾ ਜਾਂਦਾ, ਉਹਨਾਂ ਨੂੰ ਕੋਈ ਹੈਲਪ ਨਾ ਕੀਤੀ ਜਾਂਦੀ, ਮੈਂ ਸਮਝਦਾ ਇਸ ਗੱਲ ਨੂੰ, ਤੁਹਾਡਾ ਇਹ ਕੁਐਸਚਨ ਪੁੱਛਣ ਦਾ ਕਿਤੇ ਨਾ ਕਿਤੇ ਮੋਟਿਵ ਇਹ ਹੈ ਕਿ ਉਹ ਵਾਪਸ ਨਹੀਂ ਜਾ ਸਕੇ ਹੈਗੇ, ਠੀਕ ਹੈ। ਬਟ ਇੱਕ ਤੁਹਾਨੂੰ ਇਹ ਵੀ ਚੀਜ਼ ਸਮਝਣੀ ਪਏਗੀ ਕਿ ਗਵਰਨਮੈਂਟ ਜਿੰਨੀ ਕੁ ਮਦਦ ਕਰ ਸਕਦੀ ਸੀਗੀ, ਕਿਉਂਕਿ ਜੇ ਉਹ ਇੱਕ ਕਮਿਊਨਿਟੀ ਦੀ ਮਦਦ ਕਰੇਗੀ ਤਾਂ ਕੋਈ ਦੂਸਰੀ ਕਮਿਊਨਿਟੀ ਵੀ ਉਹਨਾਂ ਤੋਂ ਨਾਰਾਜ਼ ਹੋ ਸਕਦੀ ਹੈ, ਠੀਕ ਹੈ। ਤਾਂ ਉਹ ਇੱਕ ਲਿਮਿਟੇਸ਼ਨਸ ਦੇ ਵਿੱਚ ਰਹਿ ਕੇ ਗਵਰਨਮੈਂਟ ਨੂੰ ਹਮੇਸ਼ਾ ਕੰਮ ਕਰਨਾ ਪੈਂਦਾ ਹੈ ਕਿਉਂਕਿ ਆਪਾਂ ਇੱਕ ਛੋਟੀ ਪਿਕਚਰ ਦੇਖਦੇ ਹਾਂ ਪਰ ਗਵਰਨਮੈਂਟ ਨੂੰ ਪੂਰੇ ਦੇਸ਼ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ ਜੀ। ਇਹ ਸਨ ਸਾਡੇ ਨਾਲ ਆਥਰ ਅਭਿਸ਼ੇਕ ਜੈਨ, ਜਿਨ੍ਹਾਂ ਨੇ ਦ ਕਸ਼ਮੀਰੀ ਫਾਈਲਸ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਦਾ ਲੱਗਿਆ? ਲਾਈਕ, ਕਮੈਂਟ, ਸ਼ੇਅਰ ਕਰਕੇ ਜ਼ਰੂਰ ਦੱਸਿਓ। ਹੁਣ ਸਾਨੂੰ ਦਿਓ ਇਜਾਜ਼ਤ। ਧੰਨਵਾਦ।